ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ। ਰਲ ਮਿਲ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਜੀ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ 'ਤੇ ਹਰ ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਬਾਣੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ। ਜਿਸ ਪਾਵਨ ਸ਼ਬਦ ਦੀ ਵਿਚਾਰ ਅੱਜ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਰਾਗ ਸੂਹੀ ਮਹੱਲਾ ਪੰਜਵਾਂ। ਘਰ ਪਹਿਲਾ। ਰਾਗ ਸੂਹੀ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ 4 ਪਦਿਆਂ ਦਾ ਪਾਵਨ ਸ਼ਬਦ, ਜਿਸ ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪੰਨਾ ਨੰਬਰ 736 ਦੇ ਉੱਪਰ ਸੁਭਾਇਮਾਨ ਹੈ। ਰਾਗੀ ਸਿੰਘਾਂ ਵਾਸਤੇ ਹਦਾਇਤ ਹੈ ਕਿ ਜਦੋਂ ਇਸ ਪਾਵਨ ਸ਼ਬਦ ਨੂੰ ਰਾਗ ਦੁਆਰਾ ਗਾਉਣਾ ਹੈ, ਗੁਰਬਾਣੀ ਦੇ ਸੁਰ ਤਾਲ ਘਰ ਪਹਿਲੇ ਦੇ ਵਿੱਚ ਗਾਉਣਾ ਹੈ। ਛੋਟਾ ਮੰਗਲਾ ਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਪਰਮੇਸ਼ਰ ਇੱਕ ਹੈ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਰਹਾਉ ਵਾਲੇ ਬੰਦ ਵਿੱਚ ਕਿਰਪਾ ਕਰਦੇ ਨੇ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ। ਬਿਨਸਾਇਓ ਦਾ ਅਰਥ ਹੁੰਦਾ ਨਾਸ਼ ਹੋਇਆ।
ਦ੍ਰਿਸ਼ਟਿਓ ਦਾ ਜੋ ਦਿਸ ਰਿਹਾ ਦਿਸਿਆ। ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਅਨੇਕਾਂ ਹੀ ਰੂਪ ਦਿਸਦੇ ਨੇ, ਤੇ ਰੋਜ਼ ਅਨੇਕਾਂ ਹੀ ਰੂਪ ਪ੍ਰਮਾਤਮਾ ਦੇ ਨਾਸ਼ ਹੁੰਦੇ ਰਹਿੰਦੇ। ਪਰਮਾਤਮਾ ਨਾਸ਼ ਨਹੀਂ ਹੁੰਦਾ, ਉਸ ਪਰਮਾਤਮਾ ਦੇ ਰੂਪ ਨੇ ਜਿਹੜੇ ਉਹ ਬਣਦੇ ਰਹਿੰਦੇ ਨੇ, ਦਿਸਦੇ ਵੀ ਰਹਿੰਦੇ ਨੇ, ਨਾਸ਼ ਵੀ ਹੋ ਜਾਂਦੇ ਨੇ। ਪਰਮਾਤਮਾ ਨਾਸ਼ ਨਹੀਂ, ਉਹ ਤਾਂ ਅਬਿਨਾਸ਼ੀ ਪੁਰਖ ਹੈ, ਉਹ ਤਾਂ ਅਕਾਲ ਪੁਰਖ ਹੈ, ਉਹ ਤਾਂ ਜੁਗੋ ਜੁਗ ਅਟਲ ਹੈ। ਪਰ ਉਹਦੇ ਜਿਹੜੇ ਰੂਪ ਹਨ, ਕਵਨ ਰੂਪ ਦ੍ਰਿਸ਼ਟਿਓ, ਵੇਖੋ ਕਿੰਨੇ ਰੂਪ ਨੇ ਜਿਹੜੇ ਪ੍ਰਮਾਤਮਾ ਦੇ ਨਜ਼ਰ ਆਉਂਦੇ ਨੇ। ਪ੍ਰਮਾਤਮਾ ਦੇ ਰੂਪ ਕਿਹੜੇ ਆ? ਕਈ ਵਾਰ ਅਸੀਂ ਪ੍ਰਮਾਤਮਾ ਦੇ ਰੂਪ ਲੱਭਣ ਵਾਸਤੇ ਮਨ ਵਿੱਚ ਖਿਆਲ ਪੈਦਾ ਕਰ ਲੈਂਦੇ ਹਾਂ, ਪਰ ਜਿਹੜਾ ਰੂਪ ਪ੍ਰਮਾਤਮਾ ਦਾ ਲੱਭਣਾ ਚਾਹੁੰਦੇ ਉਹ ਲੱਭਦਾ ਨਹੀਂ। ਸਾਡੇ ਮਨ 'ਚ, ਦਿਮਾਗ 'ਚ ਗੁਰਮੁਖੋ ਪਿਕਚਰ ਬਣ ਜਾਂਦੀ ਹੈ ਕਿ ਪਰਮਾਤਮਾ ਕੋਈ ਵੱਖਰੀ ਹਸਤੀ ਹੈ, ਉਸ ਵੱਖਰੀ ਹਸਤੀ ਨੂੰ ਵੇਖਣਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਉਹ ਅਨੇਕਾਂ ਰੂਪਾਂ 'ਚ ਦਿਸਦਾ ਹੈ। ਅਸੀਂ ਲੱਭਣ ਤੁਰਦੇ ਹਾਂ ਪਰ ਸਾਨੂੰ ਲੱਭਦਾ ਨਹੀਂ। ਜਿਹਦੇ ਸਤਿਗੁਰੂ ਮਹਾਰਾਜ ਜੀਆਂ ਦੇ ਕੋਲੋਂ ਸੋਝੀ ਲੈ ਲਈ, ਉਹਦੇ ਲੱਭਣ ਜਾਣ ਦੀ ਲੋੜ ਨਹੀਂ, ਘਰ ਬੈਠੇ ਹੀ ਨਜ਼ਰ ਆ ਜਾਣਾ। ਫਿਰ ਕਿਤੇ ਨਹੀਂ ਭੱਜਣ ਦੀ ਲੋੜ, ਜਿੱਥੇ ਬੈਠੇ ਉੱਥੇ ਹੀ ਪ੍ਰਮਾਤਮਾ ਦਿਸਣਾ ਹੈ। ਅਨੇਕਾਂ ਰੂਪਾਂ ਦੇ ਵਿੱਚ ਪ੍ਰਮਾਤਮਾ ਦਿਸਦਾ ਹੈ। ਕਿਹੜੇ ਰੂਪ ਨੇ? ਘਟ ਘਟ ਮਹਿ ਹਰਿ ਜੂ ਬਸੈ। ਬਾਪੂ ਦੇ ਸਰੀਰ ਨੂੰ ਦੇਖਿਆ ਹੈ ਨਾ, ਇਹ ਵੀ ਰੱਬ ਦਾ ਹੀ ਰੂਪ ਹੈ। ਰੂਪ ਹੀ ਵੇਖਣਾ ਨਾ। ਘਰ ਦੇ ਵਿੱਚ ਛੋਟਾ ਜਿਹਾ ਬੱਚਾ ਹੈ, ਰੱਬ ਦਾ ਰੂਪ ਹੈ। ਘਰ ਵਿੱਚ ਨਹੁੰ ਫਿਰਦੀ ਹੈ, ਸੱਸ ਨੂੰ ਲੱਗਦਾ ਰੱਬ ਦਾ ਰੂਪ ਹੈ। ਨਹੁੰ ਨੂੰ ਸੱਸ ਲੱਗਦੀ, ਰੱਬ ਦਾ ਰੂਪ ਹੈ। ਵੇਖ ਲਿਆ, ਜਿੱਦੇ ਸਮਝ ਆ ਗਈ ਸਾਰਿਆਂ 'ਚ ਰੱਬ ਦਿਸਣ ਲੱਗ ਪੈਣਾ, ਸਾਰੇ ਰੱਬ ਦਾ ਰੂਪ ਦਿਸਣਗੇ। ਅੱਜ ਬਾਪੂ ਰੱਬ ਦਾ ਰੂਪ ਦਿਸਦਾ ਹੈ। ਇੱਕ ਦਿਨ ਬਾਪੂ ਨੇ ਚੜ੍ਹਾਈ ਕਰ ਜਾਣੀ ਹੈ, ਉਹਦੇ ਕਹਿਣਾ ਪਏਗਾ ਕਿ ਰੱਬ ਦਾ ਇੱਕ ਰੂਪ ਨਾਸ਼ ਹੋ ਗਿਆ। ਘਰ ਵਿੱਚ ਬੱਚੇ ਨੇ ਜਨਮ ਲਿਆ, ਕਹਿਣਾ ਪਏਗਾ ਰੱਬ ਨੇ ਇੱਕ ਹੋਰ ਨਵਾਂ ਰੂਪ ਧਾਰਨ ਕਰ ਲਿਆ। ਇਹਦਾ ਹੀ ਮਹਾਰਾਜ ਕਹਿੰਦੇ ਨਾ, ਕਵਨ ਰੂਪ ਦ੍ਰਿਸ਼ਟਿਓ। ਕਿ ਪ੍ਰਮਾਤਮਾ ਦੇ ਬਹੁਤ ਰੂਪ ਦਿਸ ਰਹੇ ਨੇ। ਫਿਰ ਕਹਿੰਦੇ ਬਿਨਸਾਇਓ, ਨਾਸ਼ ਹੁੰਦੇ ਵੀ ਵੇਖੀਦੇ ਨੇ। ਪਰਮਾਤਮਾ ਦੇ ਰੂਪ ਦਿਸਦੇ ਵੀ ਨੇ ਤੇ ਨਾਸ਼ ਹੁੰਦੇ ਵੀ ਵੇਖੇ ਜਾ ਰਹੇ। ਪਰ ਇਹ ਪ੍ਰਮਾਤਮਾ ਦੇ ਜਿਹੜੇ ਰੂਪ ਨੇ, ਇਹ ਕਿਸੇ ਨੂੰ ਇਹ ਨਹੀਂ ਪਤਾ ਕਿ ਕਿੱਥੋਂ ਆਏ ਤੇ ਕਿੱਥੇ ਗਏ। ਆਪੋ ਆਪਣੀ ਬੁੱਧ ਅਨੁਸਾਰ ਲੋਕ ਦੱਸਣ ਦਾ ਯਤਨ ਤਾਂ ਕਰਦੇ ਆ ਕਿ ਬੰਦਾ ਕਿੱਥੋਂ ਆਇਆ, ਅੱਜ ਮਰਨ ਤੋਂ ਬਾਅਦ ਬੰਦਾ ਕਿੱਥੇ ਚਲਿਆ ਜਾਂਦਾ ਹੈ, ਦੱਸਣ ਦਾ ਯਤਨ ਕਰਦੇ ਆ। ਪਰ ਜਿਸ ਪ੍ਰਮਾਤਮਾ ਨੂੰ ਗੁਰੂ ਨੇ ਬੇਅੰਤ ਆਖਿਆ ਹੋਵੇ, ਅਪਰ ਅਪਾਰ ਆਖਿਆ ਹੋਵੇ, ਜਿਹਦੇ ਉਰਲੇ ਤੇ ਪਰਲੇ ਬੰਨੇ ਬਾਰੇ ਗੁਰੂ ਨੇ ਨਾ ਦੱਸਿਆ ਹੋਵੇ, ਉਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ। ਮੈਂ ਤਾਂ ਇਹ ਕਹਿਣਾ ਗੁਰਮੁਖੋ, ਰੱਬ ਨੂੰ ਵਾਹਾ ਵਾਹ ਆਖਿਆ ਕਰੋ, ਪਰ ਇਹ ਨਾ ਅੰਦਾਜ਼ੇ ਲਾਇਆ ਕਰੋ ਜੀਵ ਕਿੱਥੋਂ ਆਇਆ ਸੀ, ਕਿੱਥੇ ਚਲਿਆ ਗਿਆ। ਸਾਡਾ ਕੰਮ ਹੈ ਪ੍ਰਮਾਤਮਾ ਨੂੰ ਯਾਦ ਕਰਨਾ, ਉਹਦੀ ਕਰਨੀ ਦੀ ਖੋਜ ਕਰਨੀ ਸਾਡਾ ਕੰਮ ਨਹੀਂ ਹੈ। ਇਹ ਪ੍ਰਮਾਤਮਾ ਨੂੰ ਪਤਾ ਜੀਵ ਕਿੱਥੋਂ ਆਇਆ ਕਿੱਥੇ ਗਿਆ, ਸਾਨੂੰ ਦੱਸਿਆ ਹੀ ਨਹੀਂ, ਤੇ ਅਸੀਂ ਪੁੱਛ ਕੇ ਲੈਣਾ ਵੀ ਕੀ ਹੈ। ਅਸੀਂ ਇਸ ਝਬੇਲੇ 'ਚ ਪੈਣਾ ਹੀ ਨਹੀਂ ਚਾਹੁੰਦੇ।
जोगी पए इस झबेले च, उन्होंने सारी सारी उम्र लाती खोज करदे आ परमात्मा किड्डा क वड्डा है, जीव कित्थों आया, मरण तो बाद आत्मा कित्थे चली गई। सारी उम्र लंघ गई, सवास पूरे हो गए, सुणनों हट गया, कन्नां तो अखां तो दिसणों हट गया, पर इस खोज नूं कर नहीं सके संपूर्ण। ये खोज होई नहीं, ते ना किसी कोलों खोज होवे। परमात्मा दे घर दी खोज गुरमुखो कौन कर सकदा है? वड्डे वड्डे साइंटिस्ट भी खोज नहीं कर सकते। परमात्मा दे अगे तां वड्डे वड्डे साइंटिस्ट फेल हो जाते आ। इस करके गुरु पातशाह कहते कवन रूप दृष्टियो बिन सायो, कत है गयो ओ कत ते आयो। ਉਹ रूप कित्थों आए सी कित्थे गए किसे नूं नहीं पता। साडे घर बच्चे ने जन्म लिया, पता किसे नूं कित्थों आया बई, किवें आया परमात्मा कोलों कोई पता नहीं। जिदे बापू चलिया जांदा, बापू दे शरीर नूं तां असीं ਲੱਕੜਾਂ ਤੇ ਰੱਖ ਕੇ ਦਾਹ ਸੰਸਕਾਰ ਕੀਤਾ ਹੈ, ਪਰ ਬਾਪੂ ਦੀ ਆਤਮਾ ਦਾ ਪਤਾ ਕਿੱਥੇ ਗਈ, ਕੋਈ ਪਤਾ ਨਹੀਂ। ਸੰਤ ਇਹ ਪਤਾ ਵੀ ਆਇਆ ਗਿਆ ਮੋਇਆ ਨਾਓ, ਆਇਆ ਸੀ ਚਲਿਆ ਗਿਆ, ਇੱਕ ਦਿਨ ਦੁਨੀਆ ਤੋਂ ਨਾਮ ਵੀ ਚਲਿਆ ਜਾਏਗਾ। ਹਾਂ ਕੋਈ ਰੱਬ ਦੀ ਬੰਦਗੀ ਕਰਦਾ, ਭਗਤ ਮਹਾਂਪੁਰਖ ਬਣ ਗਿਆ, ਉਹਦਾ ਨਾਮ ਦੁਨੀਆ ਤੇ ਸਦਾ ਰਹਿੰਦਾ ਹੈ। ਜਿਹੜਾ ਆਮ ਜਿਹਾ ਬੰਦਾ ਹੁੰਦਾ ਵਿੱਚ ਵਿਚਾਲੇ, ਜਾਂ ਨਿਕੰਮਾ ਜਿਹਾ ਬੰਦਾ ਹੋਵੇ, ਉਹਦਾ ਦੁਨੀਆ ਤੇ ਨਾਮ ਵੀ ਨਹੀਂ ਰਹਿੰਦਾ, ਉਹ ਵੀ ਖਤਮ ਹੋ ਜਾਂਦਾ ਹੈ। ਕਤ ਹੈ ਗਇਓ, ਪਤਾ ਨਹੀਂ ਕਿੱਥੇ ਚਲੀ ਗਈ ਆਤਮਾ। ਉਹ ਕਤ ਤੇ ਆਇਓ, ਇਹ ਵੀ ਨਹੀਂ ਪਤਾ ਕਿ ਉਹ ਆਤਮਾ ਆਈ ਕਿੱਥੋਂ ਸੀ। ਇਹ ਰਹਾਉ ਵਾਲਾ ਬੰਦ ਹੈ। ਤੇ ਸ਼ਬਦ ਦੇ ਪਹਿਲੇ ਬੰਦ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਦੇ ਆ। ਮਹਾਰਾਜ ਕਹਿੰਦੇ ਬਾਜੀਗਰ ਜੈਸੇ ਬਾਜੀ ਪਾਈ। ਰੱਬ ਕਿਹੜਾ ਕਿਸੇ ਬਾਜੀਗਰ ਨਾਲੋਂ ਘੱਟ ਹੈ। ਘੁਮਿਆਰ ਘੜੇ ਬਣਾਉਂਦਾ ਹੈ ਨਾ, ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਪਰਮਾਤਮਾ ਨੂੰ ਘੁਮਿਆਰ ਕਹਿ ਦਿੱਤਾ। ਜੇ ਇੱਕ ਘੁਮਿਆਰ ਘੜੇ ਬਣਾਉਂਦਾ ਮਿੱਟੀ ਦੇ, ਪਰਮਾਤਮਾ ਨੇ ਆ ਸਰੀਰ ਰੂਪੀ ਘੜੇ ਮਿੱਟੀ ਦੇ ਹੀ ਬਣਾਏ ਆ। ਪਰਮਾਤਮਾ ਵੀ ਘੁਮਿਆਰ। ਇੱਕ ਬਾਜੀਗਰ ਬਾਜੀ ਪਾਉਣ ਆਉਂਦਾ ਹੈ, ਤੇ ਗੁਰਮੁਖੋ ਡਮਰੂ ਜਿਹਾ ਵਜਾਉਂਦਾ ਤੇ ਕਿੰਨੀਆਂ ਚੀਜ਼ਾਂ ਇਕੱਠੀਆਂ ਕਰ ਲੈਂਦਾ। ਜਦੋਂ ਆਉਂਦਾ ਹੈ ਨਾ, ਆਪਣੇ ਮੁਹੱਲੇ 'ਚ ਆਉਂਦਾ ਹੈ, ਕੁਝ ਨਹੀਂ ਸੀ ਉਹਦੇ ਕੋਲ, ਇੱਕ ਬੈਗ ਜਿਹਾ ਹੀ ਹੁੰਦਾ ਛੋਟਾ ਜਿਹਾ, ਪਰ ਜਦੋਂ ਬਾਜੀ ਪਾਉਂਦਾ ਉਹ ਕਿਧਰੇ ਟੈਲੀਵਿਜ਼ਨ ਕੱਢ ਕੇ ਰੱਖ ਦਿੰਦਾ, ਰੇਡੀਓ ਕੱਢ ਕੇ ਰੱਖ ਦਿੰਦਾ, ਕੱਪੜਿਆਂ ਦੇ ਢੇਰ ਲਾ ਦਿੰਦਾ, ਕੀ ਕੁਝ ਬਣਾਉਂਦਾ। ਤੇ ਜਦੋਂ ਸਾਡੇ ਮੁਹੱਲੇ 'ਚੋਂ ਜਾਣ ਲੱਗਦਾ, ਉਦੋਂ ਉਹ ਬਾਜੀਗਰ ਕੋਲੇ ਕੀ ਹੁੰਦਾ, ਕੁਝ ਵੀ ਨਹੀਂ। ਉਹੀ ਜਿਹੜਾ ਬੈਗ ਲੈ ਕੇ ਆਇਆ ਸੀ ਉਹ ਹੀ ਲੈ ਜਾਂਦਾ। ਆ ਜਿਤਨਾ ਵੀ ਸੰਸਾਰ ਹੈ ਨਾ, ਜਗਤ ਹੈ ਸਾਰਾ, ਇਹ ਉਸ ਬਾਜੀਗਰ ਦੀਆਂ ਬਣਾਈਆਂ ਹੋਈਆਂ ਵਸਤੂਆਂ ਹੈ। ਤੇ ਬਾਜੀਗਰ ਦੀ ਬਣਾਈ ਵਸਤੂ ਸਦਾ ਨਹੀਂ ਰਹਿੰਦੀ ਹੁੰਦੀ, ਥੋੜਾ ਸਮਾਂ ਹੀ ਰਹਿੰਦੀ ਹੁੰਦੀ ਹੈ। ਉਹ ਪ੍ਰਮਾਤਮਾ ਹੁਕਮ ਦਾ ਡਮਰੂ ਵਜਾਉਂਦਾ ਹੈ, ਡੁਗ ਡੁਗੀ। ਬਾਜੀਗਰ ਆ ਕੇ ਡੁਗ ਡੁਗੀ ਵਜਾਉਂਦਾ। ਪਰਮਾਤਮਾ ਆਪਣੇ ਹੁਕਮ ਦਾ ਜਦੋਂ ਡਮਰੂ ਵਜਾਉਂਦਾ, ਡੁਗ ਡੁਗੀ, ਉਦੋਂ ਫਿਰ ਸਾਰਾ ਸੰਸਾਰ ਹੈ ਜਿਹੜਾ ਇਹ ਪੈਦਾ ਹੁੰਦਾ ਹੈ। ਸੰਸਾਰ ਦੇ ਜੀਵ ਪੈਦਾ ਹੁੰਦੇ ਨੇ, ਸੰਸਾਰ ਦੀ ਹਰ ਇੱਕ ਚੀਜ਼ ਪੈਦਾ ਹੁੰਦੀ ਹੈ ਪਰਮਾਤਮਾ ਤੋਂ। ਜੋ ਸਭ ਕੁਝ ਸਮੇਟਣ ਲੱਗਿਆ ਵੀ ਉਹਨੇ ਟਾਈਮ ਨਹੀਂ ਲਾਉਣਾ, ਅੱਖ ਝਮਕਣ ਦੇ ਸਮੇਂ 'ਚ ਸਾਰਾ ਕੁਝ ਉਹ ਪਲਟ ਸਕਦਾ ਹੈ। ਧਰਤੀ ਪਲਟ ਸਕਦਾ ਹੈ। ਮਹਾਰਾਜ ਕਹਿੰਦੇ ਬਾਜੀਗਰ ਜੈਸੇ ਬਾਜੀ ਪਾਈ। ਨਾਨਾ ਰੂਪ, ਨਾਨਾ ਰੂਪ ਦਾ ਅਰਥ ਹੁੰਦਾ ਅਨੇਕਾਂ ਹੀ ਵਸਤੂਆਂ, ਅਨੇਕਾਂ ਹੀ ਰੂਪ। ਕੋਈ ਟੈਲੀਵਿਜ਼ਨ, ਕੋਈ ਰੇਡੀਓ,
ਨਾਨਾ ਰੂਪ ਭੇਖ ਦਿਖਲਾਈ। ਕਿੰਨੇ ਭੇਖ ਬਣਾ ਕੇ ਬਾਜੀਗਰ ਨੇ ਸਾਨੂੰ ਵਿਖਾਤੇ ਬਈ। ਆਇਆ ਇਕੱਲਾ ਹੀ ਸੀ, ਹੈ ਬਾਜੀਗਰ ਇਕੱਲਾ ਹੀ ਹੈ, ਪਰ ਉਸ ਬਾਜੀਗਰ ਦੇ ਕੋਲੇ ਇਹੋ ਜਿਹੀ ਇੱਕ ਕਲਾ ਹੈ ਕਿ ਉਹ ਡੁਗ ਡੁਗੀ ਵਜਾਈ ਜਾਂਦਾ ਹੈ ਤੇ ਅਨੇਕਾਂ ਹੀ ਵਸਤੂਆਂ ਬਣਾਈ ਜਾਂਦਾ ਹੈ, ਜਿਹੜੀਆਂ ਸਾਨੂੰ ਵਿਖਾ ਦਿੰਦਾ। ਨਾਨਾ ਰੂਪ ਭੇਖ ਦਿਖਲਾਈ। ਫਿਰ ਜਦੋਂ ਉਹਨੇ ਉਹ ਸਾਰਾ ਖੇਲ ਸਮਾਪਤ ਹੋ ਗਿਆ, ਸਾਂਗ ਉਤਾਰ ਥੰਮਿਓ ਪਸਾਰਾ। ਜਦੋਂ ਸਵਾਂਗ ਲਾਤਾ ਉਹਨੇ ਡੁਗ ਡੁਗੀ ਵਜਾਉਣ ਵਾਲਾ, ਫਿਰ ਭਾਵੇਂ ਕੀ ਹੁੰਦਾ, ਫਿਰ ਉੱਥੇ ਕੁਝ ਵੀ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਹੀ ਪ੍ਰਮਾਤਮਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਬਾਜੀਗਰ ਨੇ ਕਦੇ ਬਾਜੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਉਂਦਾ ਹੈ। ਇਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਹੈ। ਇਸ ਵਿੱਚ ਅਨੇਕਾਂ ਹੀ ਰੂਪ ਭੇਖ ਸਾਨੂੰ ਉਹ ਪ੍ਰਮਾਤਮਾ ਵਿਖਾ ਰਿਹਾ ਹੈ। ਕੋਈ ਬੱਚੇ ਦਾ ਰੂਪ ਅਸੀਂ ਵੇਖਦੇ, ਪ੍ਰਮਾਤਮਾ ਦੀ ਬਣਾਈ ਹੋਈ ਇੱਕ ਖੇਡ ਹੈ। ਬੱਚੇ ਤੋਂ ਬਜ਼ੁਰਗ ਤੱਕ, ਜਨਮ ਤੋਂ ਮੌਤ ਤੱਕ, ਜਿੰਨੇ ਪਸ਼ੂ ਪੰਛੀ ਦਰਖਤ ਜੋ ਕੁਝ ਵੇਹਣੇ ਹੈ, ਸਾਰਾ ਉਸ ਪ੍ਰਮਾਤਮਾ ਦਾ ਇੱਕ ਰਚਿਆ ਹੋਇਆ ਸਵਾਂਗ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਵਾਂਗ ਉਤਾਰ ਥੰਮਿਓ ਪਸਾਰਾ। ਜਦੋਂ ਪ੍ਰਭੂ ਆਪਣੀ ਇਹ ਜਗਤ ਰੂਪ ਨਕਲੀ ਸ਼ਕਲ ਲਾ ਕੇ ਖੇਡ ਦਾ ਖਿਲਾਰਾ ਰੋਕ ਦਿੰਦਾ ਹੈ, ਫਿਰ ਭਾਵੇਂ ਕੀ ਹੁੰਦਾ, ਤਬ ਏਕੋ ਏਕੰਕਾਰਾ। ਸੰਸਾਰ ਸਾਰਾ ਹੀ ਪਲਟ ਜੇ, ਕੁਝ ਵੀ ਨਾ ਰਵੇ। ਫਿਰ ਇੱਥੇ ਕੌਣ ਰਹੂ? ਕੱਲਾ ਪਰਮਾਤਮਾ। ਪਰਮਾਤਮਾ ਤਾਂ ਨਾਸ਼ ਨਹੀਂ ਨਾ ਹੁੰਦਾ। ਬਾਜੀਗਰ ਸਮਾਨ ਸਮੇਟਦਾ ਹੁੰਦਾ ਹੈ, ਆਪਣੇ ਆਪ ਨੂੰ ਨਹੀਂ ਸਮੇਟਦਾ। ਉਹ ਪਰਮਾਤਮਾ ਇੱਕ ਬਾਜੀਗਰ ਹੈ। ਜੋ ਕੁਝ ਉਹਨੇ ਆ ਬਣਾਇਆ ਪੈਦਾ ਕੀਤਾ ਹੈ, ਸਾਰਾ ਕੁਝ ਉਹਨੇ ਸਮੇਟ ਲੈਣਾ ਹੈ, ਪਰ ਆਪ ਉਹ ਅਕਾਲ ਪੁਰਖ ਹੈ। ਆਪਣਾ ਆਪ ਨਹੀਂ ਉਹ ਸਮੇਟਦਾ, ਉਹ ਤਾਂ ਜੁਗੋ ਜੁਗ ਅਟਲ ਰਹਿਣ ਵਾਲਾ ਹੈ। ਬਾਣੀ 'ਚ ਆਪਾਂ ਪੜ੍ਹਦੇ ਹਾਂ ਨਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਨ ਨ ਚੰਦ ਨ ਸੂਰਜ, ਸੁਨ ਸਮਾਦ ਲਗਾਏਂਦਾ। ਜਦੋਂ ਕੁਝ ਵੀ ਨਹੀਂ ਸੀ, ਨਾ ਚੰਦਰਮਾ, ਨਾ ਸੂਰਜ, ਨਾ ਧਰਤੀ, ਨਾ ਪਾਣੀ, ਨਾ ਆਕਾਸ਼, ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਨਾ ਇਹ ਖਾਣੀਆਂ ਸੀ ਜਿਹਦੇ ਰਾਹੀਂ ਹਰ ਇੱਕ ਜੀਵ ਜਨਮ ਲੈਂਦਾ। ਅੰਡਜ ਜੀਰਜ ਸੇਤ ਜੁਤ ਪੁਜ। ਉਹ ਪੁੱਤ ਖਪਤ ਨ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨ ਨੀਰ ਵਹਾਏਂਦਾ। ਨਾ ਨਦੀਆਂ 'ਚ ਪਾਣੀ ਚੱਲਦਾ ਸੀ, ਨਾ ਤਦ ਸੁਰਗ ਮੱਛ ਪਿਆਲਾ। ਨਾ ਉਦੋਂ ਕੋਈ ਸਵਰਗ ਦੀ ਗੱਲ ਚੱਲਦੀ ਸੀ, ਨਾ ਕੋਈ ਮਾਤ ਲੋਕ ਸੀ, ਨਾ ਪਤਾਲ ਸੀ। ਦੋਜਕ ਪਿਸਤ ਨਹੀਂ ਖੈ ਕਾਲਾ। ਨਾ ਉਦੋਂ ਕੋਈ ਦੋਜਕ ਬਹਿਸ਼ਤ ਦੀ ਗੱਲ ਚੱਲਦੀ ਸੀ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਦਾ। ਨਾ ਆਉਣ ਜਾਣ ਵਾਲਾ, ਜੰਮਣ ਮਰਨ ਵਾਲਾ ਕੋਈ ਨਹੀਂ ਸੀ, ਨਾ ਸੁਰਗ ਨਾ ਨਰਕ, ਕੋਈ ਗੱਲ ਹੀ ਨਹੀਂ ਸੀ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸਾ ਇੱਕੋ ਸੋਈ। ਉਦੋਂ ਕੁਝ ਨਹੀਂ ਸੀ, ਪਰ ਉਦੋਂ ਪ੍ਰਮਾਤਮਾ ਸੀ। ਅਵਰ ਨਾ ਦੀਸਾ, ਕੁਝ ਨਹੀਂ ਦਿਸਦਾ ਸੀ ਜਦੋਂ, ਉਦੋਂ ਕੀ ਸੀ? ਇੱਕੋ ਸੋਈ। ਉਦੋਂ ਪ੍ਰਮਾਤਮਾ ਇਕੱਲਾ ਸੀ, ਹੋਰ ਨਹੀਂ ਸੀ ਕੁਝ। ਉਸ ਪ੍ਰਮਾਤਮਾ ਨੇ ਤਾਂ ਬਾਜੀ ਪਾਈ ਤੇ ਸਾਰਾ ਖਿਲਾਰਾ ਪ੍ਰਮਾਤਮਾ ਨੇ ਇਹ ਪੈਦਾ ਕੀਤਾ। ਮਹਾਰਾਜ ਕਹਿੰਦੇ ਬਾਜੀਗਰ ਡੰਕ ਵਜਾਈ। ਡੰਕ ਡੁਗ ਡੁਗੀ ਵਜਾਉਂਦਾ ਨਾ ਬਾਜੀਗਰ, ਪ੍ਰਮਾਤਮਾ ਨੇ ਵੀ ਹੁਕਮ ਦੀ ਡੁਗ ਡੁਗੀ ਵਜਾਈ। ਸਭ ਖਲਕ
ਤਮਾਸ਼ੇ ਆਈ। ਜਿਸ ਕਰਕੇ ਸਾਰੀ ਖਲਕਤ, ਸਾਰਾ ਜਗਤ ਤਮਾਸ਼ਾ ਵੇਖਣ ਆ ਗਿਆ। ਬਾਜੀਗਰ ਸਵਾਂਗ ਸਕੇਲਾ, ਜਦੋਂ ਉਹ ਬਾਜੀਗਰ ਖੇਲ ਸਮੇਟਦਾ ਫਿਰ ਆਪਣੇ ਰੰਗ ਰਵੈ ਅਕੇਲਾ। ਤਾਂ ਉਹ ਇਕੱਲਾ ਆਪ ਹੀ ਮੌਜ ਵਿੱਚ ਰਹਿੰਦਾ ਨਾ, ਆਪਣੀ ਮੌਜ 'ਚ ਇਕੱਲਾ ਬਾਜੀਗਰ ਰਹਿ ਜਾਂਦਾ। ਇਸੇ ਤਰ੍ਹਾਂ ਹੀ ਸਾਰਾ ਸੰਸਾਰ ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ। ਇਹ ਅਨੇਕਾਂ ਹੀ ਰੂਪ ਜਿਹੜੇ ਆਪਾਂ ਵੇਖਦੇ ਆ ਸਾਰੇ ਹੈ ਪ੍ਰਮਾਤਮਾ ਦੇ, ਪਰ ਇੱਕ ਇੱਕ ਕਰਕੇ ਨਵੇਂ ਵੀ ਬਣਦੇ ਨੇ, ਇੱਕ ਇੱਕ ਕਰਕੇ ਸਮੇਟੇ ਵੀ ਜਾ ਰਹੇ ਨੇ। ਮਹਾਰਾਜ ਕਹਿੰਦੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਤਬ ਏਕੋ ਏਕੰਕਾਰਾ। ਜੇ ਸਭ ਕੁਝ ਹੀ ਪ੍ਰਮਾਤਮਾ ਨੇ ਸਮੇਟ ਦਿੱਤਾ, ਕੁਝ ਵੀ ਨਾ ਰਿਹਾ ਸਾਰੇ ਜਗਤ 'ਤੇ, ਉਦੋਂ ਫਿਰ ਇੱਕ ਪ੍ਰਮਾਤਮਾ ਤਾਂ ਹੋਵੇਗਾ। ਉਹ ਆਪਣੇ ਆਪ ਨੂੰ ਨਹੀਂ ਸਮੇਟਦਾ। ਉਹ ਅਵਿਨਾਸ਼ੀ ਪੁਰਖ ਹੈ, ਅਕਾਲ ਪੁਰਖ ਹੈ। ਉਹ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਸੱਚੋ ਹੀ ਸੱਚ ਹੈ। ਅੱਗੇ ਮਹਾਰਾਜ ਕਹਿੰਦੇ, ਜਲ ਤੇ ਉਠਹਿ ਅਨਕ ਤਰੰਗਾ। ਜਿਵੇਂ ਇੱਕ ਪਾਣੀ ਵਗਦਾ ਤੇ ਉਹਦੇ ਚੋਂ ਤਰੰਗਾਂ ਉੱਠਦੀਆਂ ਨਾ ਉੱਪਰ ਨੂੰ, ਉਹ ਤਰੰਗਾਂ ਸਦਾ ਰਹਿਣ ਵਾਲੀਆਂ ਨਹੀਂ ਹੁੰਦੀਆਂ ਗੁਰਮੁਖ। ਉਹ ਘੜੀ ਪਲ ਨਿਮਖ ਸਮਾਂ ਹੀ ਰਹਿੰਦੀਆਂ। ਤਰੰਗ ਉੱਪਰ ਨੂੰ ਜਾਂਦੀ ਹੈ, ਉੱਪਰ ਟਿਕਦੀ ਨਹੀਂ, ਵਾਪਸ ਪਾਣੀ ਵਿੱਚ ਆਉਂਦੀ ਹੈ ਤੇ ਪਾਣੀ ਦੇ ਵਿੱਚ ਹੀ ਸਮਾ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਉਦਾਹਰਨ ਦਿੱਤੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਇਹ ਸਾਰੇ ਰੂਪ ਜਿਹੜੇ ਆਪਾਂ ਵੇਖ ਰਹੇ ਹਾਂ ਨਾ, ਸੰਸਾਰ ਦਾ ਰੂਪ ਹੈ ਜਿਹੜਾ, ਅਨੇਕਾਂ ਹੀ ਰੂਪ ਨੇ। ਇਹ ਪ੍ਰਮਾਤਮਾ ਤੋਂ ਆਏ ਆ ਤੇ ਇੱਕ ਦਿਨ ਉਸ ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਣਗੇ। ਉਹਦੇ ਫਿਰ ਵੱਖਰਾਪਣ ਨਹੀਂ ਰਹਿ ਜਾਂਦਾ। ਜਲ ਤਿਉ ਟਹੇ ਅਨਕ ਤਰੰਗਾ, ਉਹਨਾਂ ਆਪਾਂ ਤਰੰਗਾਂ ਨੂੰ ਕਹਿ ਸਕਦੇ ਹਾਂ ਵੀ ਪਾਣੀ ਹੋਰ ਹੈ ਤੇ ਤਰੰਗਾਂ ਹੋਰ ਹੈ। ਉਹ ਤਰੰਗਾਂ ਪਾਣੀ ਦਾ ਹੀ ਰੂਪ ਹੈ। ਉਹਨਾਂ ਤਰੰਗਾਂ ਤੋਂ ਪਾਣੀ ਵੱਖ ਨਹੀਂ ਹੈ ਤੇ ਪ੍ਰਮਾਤਮਾ ਸਾਡੇ ਤੋਂ ਵੱਖ ਨਹੀਂ। ਅਸੀਂ ਉਸ ਪ੍ਰਮਾਤਮਾ ਦੇ ਅੰਸ਼ ਹਾਂ। ਪ੍ਰਮਾਤਮਾ ਸਾਡੇ ਵਿੱਚ ਹੀ ਰਹਿੰਦਾ ਹੈ, ਵੱਖਰਾ ਨਹੀਂ ਹੈ ਸਾਡੇ ਤੋਂ। ਫਿਰ ਮਹਾਰਾਜ ਕਹਿੰਦੇ, ਕਨਕ ਭੂਖਨ ਕੀਨੇ ਬਹੁ ਰੰਗਾ। ਭੂਖਣ ਕਹਿੰਦੇ ਗਹਿਣਿਆਂ ਨੂੰ, ਕਨਕ ਕਹਿੰਦੇ ਸੋਨੇ ਨੂੰ। ਸੋਨੇ ਦੇ ਅਨੇਕਾਂ ਗਹਿਣੇ ਬਣਾ ਲਈਏ, ਬਹੁ ਰੰਗਾ ਅਨੇਕਾਂ ਰੰਗਾਂ। ਕੋਈ ਮੁੰਦਰੀ ਬਣਾ ਲਈਏ, ਕੋਈ ਕੜਾ ਬਣਾ ਲਈਏ, ਕੋਈ ਚੈਨੀ ਬਣਾ ਲਈਏ ਅੱਡੋ ਅੱਡੀ, ਤੇ ਅਗਲਾ ਚੱਕ ਚੱਕ ਕੇ ਵਿਖਾਉਂਦਾ ਨਾ ਵੀ ਆਹ ਮੁੰਦਰੀ ਹੈ, ਬਈ ਆਹ ਕੜਾ ਹੈ, ਆਹ ਚੈਨ ਹੈ। ਪਰ ਜੇ ਉਹਨਾਂ ਸਾਰਿਆਂ ਨੂੰ ਢਾਲ ਕੇ ਇਕੱਠਾ ਹੀ ਕਰ ਦਈਏ ਫਿਰ ਉਦੋਂ ਕੜਾ ਮੁੰਦਰੀ ਤੇ ਚੈਨ ਨਹੀਂ ਦਿਸਣੀ। ਉਦੋਂ ਇਹ ਤਾਂ ਕਹਾਂਗੇ ਵੀ ਸੋਨਾ ਹੈ, ਸੋਨਾ ਹੈ। ਉਹ ਸੋਨੇ ਤੋਂ ਹੀ ਸਭ ਕੁਝ ਬਣਿਆ ਸੀ, ਢਾਲ ਤਾਂ ਫਿਰ ਸੋਨਾ ਰਹਿ ਗਿਆ। ਪਰ ਅੱਜ ਉਹ ਮਰਿਆ ਨਹੀਂ ਸੋਨਾ ਗੁਰਮੁਖ। ਸੋਨਾ ਤਾਂ ਸੋਨਾ ਹੀ ਹੈ, ਪਰ ਇੰਨਾ ਕੁ ਬਦਲ ਗਿਆ ਕਿ ਅੱਗੇ ਅਸੀਂ ਕਹਿੰਦੇ ਸੀ ਇਹ ਚੈਨ ਹੈ, ਇਹ ਮੁੰਦਰੀ ਹੈ, ਇਹ ਕੜਾ ਹੈ, ਪਰ ਅੱਜ ਕਹਿੰਦੇ ਸੋਨਾ ਹੈ। ਜਦੋਂ ਢਲ ਗਿਆ ਇੱਕ ਹੀ ਰੂਪ ਹੋ ਗਿਆ। ਇੱਦਾਂ ਹੀ ਅੱਜ ਅਸੀਂ ਕਹਿੰਦੇ ਹਾਂ ਵੀ ਆਹ ਮੇਰਾ ਬਾਪੂ ਆ, ਆਹ ਮੇਰੀ ਨੂੰਹ ਆ, ਆਹ ਮੇਰੀ ਸੱਸ ਹੈ, ਆਹ ਮੇਰਾ ਦਾਦਾ ਹੈ। ਅਨੇਕਾਂ ਰੂਪ ਆ ਨਾ। ਤੇ ਜੇ ਸਾਰਾ ਕੁਝ ਨਾ ਹੋਵੇ ਫਿਰ ਇੱਕ ਪ੍ਰਮਾਤਮਾ ਤਾਂ ਹੋਵੇਗਾ। ਸਾਰੇ ਪ੍ਰਮਾਤਮਾ ਤੋਂ ਹੀ ਆਏ ਨੇ ਤੇ ਇਹ ਸਾਰੇ ਪ੍ਰਮਾਤਮਾ ਦਾ ਹੀ ਰੂਪ ਹੈ। ਬਾਪੂ ਨੂੰ ਵੇਹਣਾ ਹੈ, ਇਹਨੂੰ ਬਾਪੂ ਹੀ ਨਾ ਸਮਝ, ਇਹਨੂੰ ਰੱਬ ਹੀ ਸਮਝੀ। ਬੱਚੇ ਨੂੰ ਵੇਹਣਾ ਹੈ ਨਾ, ਇਹਨੂੰ ਬੱਚਾ ਹੀ ਨਾ ਸਮਝੀ, ਇਹਨੂੰ ਰੱਬ ਸਮਝੀ। ਉਸੇ ਦਾ ਹੀ ਰੂਪ ਹੈ ਸਾਰੇ, ਪ੍ਰਮਾਤਮਾ ਦਾ ਹੀ ਰੂਪ। ਚੈਨ ਨੂੰ ਚੈਨ ਹੀ ਨਾ ਸਮਝੀ, ਉਹ ਸੋਨਾ ਹੀ ਹੈ। ਕੜੇ ਨੂੰ ਕੜਾ ਹੀ ਨਾ ਕਹੀ ਜਾਈ, ਉਹ ਸੋਨਾ ਹੀ ਹੈ। ਮਹਾਰਾਜ ਕਹਿੰਦੇ, ਕਨਕ ਭੂਖਨ ਕੀਨੇ ਬਹੁ ਰੰਗਾ। ਫਿਰ ਕਹਿੰਦੇ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ।
ਜਦੋਂ ਇੱਕ ਬੀਜ ਬੀਜੀ ਦਾ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਧਰਤੀ 'ਚ ਇੱਕ ਜਦੋਂ ਰੁੱਖ ਦਾ ਬੀਜ ਬੀਜ ਦੇਈਦਾ ਹੈ, ਬੀਜ ਕਿੰਨੇ ਬੀਜੇ? ਇੱਕ ਬੀਜ ਬੀਜਿਆ, ਸਮਾਂ ਲੱਗਿਆ, ਉਸ ਬੀਜ ਨੇ ਆਪਣਾ ਰੂਪ ਧਾਰਨ ਕੀਤਾ, ਉਹ ਇੱਕ ਪੌਦਾ ਬਣ ਗਿਆ, ਹੌਲੀ ਹੌਲੀ ਵੱਡਾ ਦਰਖਤ ਬਣ ਗਿਆ, ਸਾਖਾਂ, ਟਾਹਣੀਆਂ, ਟਾਹਣੇ, ਪੱਤੇ। ਹੁਣ ਅੱਜ ਕੀ ਕਹਾਂਗੇ ਵੀ ਪੱਤਾ ਵੱਖਰਾ ਤੇ ਉਹ ਬੀਜ ਵੱਖਰਾ ਸੀ? ਕਿਤੇ ਸਾਰਾ ਕੁਝ ਬੀਜ ਦੇ ਵਿੱਚੋਂ ਹੀ ਬਣਿਆ ਹੈ ਨਾ, ਉਸ ਬੀਜ ਕਰਕੇ ਹੀ ਹੈ ਸਾਰਾ ਕੁਝ। ਹੁਣ ਆਏ ਕਹਾਂਗੇ ਵੀ ਦਰਖਤ ਵੱਖਰਾ ਹੈ ਤੇ ਪੱਤਾ ਵੱਖਰਾ ਹੈ, ਦਰਖਤ ਵੱਖਰਾ, ਟਾਹਣ ਵੱਖਰਾ ਹੈ, ਦਰਖਤ ਵੱਖਰਾ ਹੈ, ਇਹਦੀਆਂ ਸਾਖਾਂ ਵੱਖਰੀਆਂ ਨਹੀਂ। ਇੱਕ ਬੀਜ ਤੋਂ ਇਹ ਸਾਰਾ ਫੈਲਾਅ ਹੋਇਆ ਹੈ, ਉਸੇ ਬੀਜ ਦਾ ਰੂਪ ਇਹ ਸਾਰਾ ਦਰਖਤ ਹੈ। ਤੇ ਅੱਜ ਦਰਖਤ ਨੂੰ ਫਲ ਲੱਗ ਗਏ, ਪੱਕ ਗਏ, ਤੇ ਉਹੀ ਬੀਜ ਫੇਰ ਲੱਗੇ ਆ। ਇਸ ਕਰਕੇ ਦਰਖਤ ਵੱਖਰਾ ਨਹੀਂ, ਬੀਜ ਵੱਖਰਾ ਨਹੀਂ, ਪੱਤੇ, ਸਾਖਾ, ਟਾਹਣੀਆਂ ਵੱਖਰੇ ਨਹੀਂ ਹਨ। ਬੀਜ ਬੀਜ ਦੇਖਿਓ ਬਹੁ ਪ੍ਰਕਾਰ। ਇਸੇ ਤਰ੍ਹਾਂ ਪਰਮਾਤਮਾ ਇੱਕ ਬੀਜ ਹੈ, ਤੇ ਇਹ ਸਾਰਾ ਪਸਾਰਾ ਪਰਮਾਤਮਾ ਦਾ ਹੀ ਸਾਖਾ, ਜਿੰਨਾ ਕੁਝ ਅਸੀਂ ਵੇਖ ਰਹੇ ਹਾਂ। ਫਲ ਪਾਕੇ ਤੇ ਏਕੰਕਾਰਾ, ਕਹਿੰਦੇ ਜਦੋਂ ਉਸ ਦਰਖਤ ਨੂੰ ਲੱਗ ਕੇ ਫਲ ਪੱਕ ਜਾਂਦਾ ਹੈ ਨਾ, ਜਿਹੜਾ ਬੀਜ ਬੀਜਿਆ ਸੀ ਉਹੀ ਬੀਜ ਅੱਜ ਫਿਰ ਦਰਖਤ ਦੇ ਉੱਪਰ ਹੈ, ਉਹੀ ਬੀਜ। ਰੁੱਖ ਦੇ ਫਲ ਪੱਕਣ ਤੇ ਉਹੀ ਪਹਿਲੀ ਕਿਸਮ ਦੇ ਬੀਜ ਫਿਰ ਬਣ ਜਾਂਦੇ ਨੇ। ਤਿਵੇਂ ਇਹ ਬਹੁ ਰੰਗੀ ਸੰਸਾਰ, ਇੱਕ ਅਸਲਾ ਕੇਵਲ ਗੁਰਮੁਖੋ ਪਰਮਾਤਮਾ ਹੀ ਹੈ, ਉਹ ਆਪਣੇ ਰੂਪ ਬਦਲਦਾ ਰਹਿੰਦਾ ਹੈ। ਸਹਿਸ ਘਟਾ ਮਹਿ ਏਕ ਆਕਾਸ਼, ਮਹਾਰਾਜ ਨੇ ਫਿਰ ਉਦਾਹਰਣ ਦਿੱਤੀ, ਕਹਿੰਦੇ ਹਜ਼ਾਰਾਂ ਘੜੇ ਹੋਣ, ਪਾਣੀ ਦੇ ਭਰ ਕੇ ਰੱਖ ਲਓ, ਹਜ਼ਾਰਾਂ ਘੜੇ ਪਾਣੀ ਦੇ ਭਰੀਏ, ਤੇ ਕੱਲੇ ਕੱਲੇ ਘੜੇ 'ਚ ਵੇਖੀਏ ਕੀ ਦਿਸੂ ਬਈ? ਆਕਾਸ਼ ਦਾ ਅਕਸ਼ ਦਿਸੂ, ਪਾਣੀ ਦੇ ਵਿੱਚ ਚਿੱਤਰ ਦਿਸੂ ਆਕਾਸ਼। ਪਹਿਲੇ ਘੜੇ 'ਚ ਵੇਖੋਗੇ ਆਕਾਸ਼, ਦੂਜੇ 'ਚ ਆਕਾਸ਼, ਸਾਰੇ ਘੜਿਆਂ 'ਚ ਹਜ਼ਾਰ ਘੜਾ ਪਾਣੀ ਦਾ ਭਰਿਆ ਹੈ, ਹਜ਼ਾਰ ਘੜੇ ਦੇ ਵਿੱਚ ਪਾਣੀ ਦੇ ਵਿੱਚ ਉਹ ਆਕਾਸ਼ ਦਾ ਰੂਪ ਦਿਸਦਾ ਹੈ। ਸਹਿਸ ਘਟਾ ਮਹਿ ਏਕ ਆਕਾਸ਼, ਘਟ ਫੂਟੇ, ਤੇ ਜੋ ਸਾਰੇ ਹੀ ਘੜੇ ਫੋੜ ਲਈਏ, ਹਜ਼ਾਰ ਦਾ ਹਜ਼ਾਰ ਫੁੱਟ ਜਾਏ, ਤੇ ਉਹੀ ਪ੍ਰਕਾਸ਼ ਫਿਰ ਸਾਰੇ ਪਾਣੀ 'ਚੋਂ ਇੱਕੋ ਹੀ ਦਿਸੂ। ਹਜ਼ਾਰ ਘੜੇ ਦੇ ਵਿੱਚੋਂ ਵੱਖਰਾ ਵੱਖਰਾ ਦਿਸਦਾ ਸੀ, ਉਹ ਹਜ਼ਾਰ ਘੜੇ ਫੋੜ ਦਿਓ, ਫਿਰ ਸਾਰੇ 'ਚੋਂ ਇੱਕ ਹੀ ਦਿਸੂ। ਉਹ ਹੈ ਇੱਕੋ ਹੀ ਹੈ, ਗੁਰਮੁਖੋ ਸਾਡੇ ਸਾਰਿਆਂ ਦੇ ਵਿੱਚ ਹੀ ਰਹਿੰਦਾ ਹੈ, ਪ੍ਰਮਾਤਮਾ ਸਾਡੇ ਤੋਂ ਵੱਖ ਨਹੀਂ। ਇਹ ਭੁਲੇਖਾ ਨਾ ਪਾਲ ਲਿਓ ਕਿਤੇ ਪ੍ਰਮਾਤਮਾ ਤਾਂ ਰਹਿੰਦਾ ਹੈ, ਸਾਡੇ ਤੋਂ ਵੱਖ ਰਹਿੰਦਾ ਹੈ। ਉਹ ਵੱਖਰਾ ਕੋਈ ਸਾਡੇ ਨਾਲ ਹਿਸਾਬ ਕਿਤਾਬ ਕਰਦਾ ਹੋਣਾ ਹੈ। ਉਹ ਮਾਲਕ ਸਾਡੇ ਅੰਦਰ ਹੀ ਰਹਿੰਦਾ ਹੈ, ਅੰਦਰ ਹੀ ਬੈਠਾ ਸਾਨੂੰ ਚਲਾ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਭਰਮ ਲੋਭ ਮੋਹ ਮਾਇਆ ਵਿਕਾਰ, ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਮਾਇਆ ਦੇ ਭਰਮ ਦੇ ਕਾਰਨ ਪ੍ਰਮਾਤਮਾ ਦੀ ਅੰਸ਼ ਜੀਵ ਆਤਮਾ ਵਿੱਚ ਭਟਕਣਾ, ਲੋਭ ਮੋਹ ਆਦਿਕ ਇਹ ਵਿਕਾਰ ਉੱਠਦੇ ਨੇ, ਭਰਮ ਦੇ ਕਾਰਨ ਹੀ ਉੱਠਦੇ ਨੇ ਇਹ ਵਿਕਾਰ ਜੀਵ ਦੇ ਅੰਦਰ। ਭਰਮ ਛੂਟੇ ਤੇ ਏਕੰਕਾਰ, ਜਿਹਦੇ ਮਨ ਦੇ ਅੰਦਰੋਂ ਭਰਮ ਨਿਕਲ ਗਿਆ, ਉਹਦੇ ਸਾਰੇ ਸੰਸਾਰ ਦੇ ਅੰਦਰ ਅੱਜ ਤਾਂ ਮਾਇਆ ਦਿਸਦੀ ਹੈ ਨਾ, ਅੱਜ ਪੁੱਤ ਦੀਂਦਾ ਹੈ, ਅੱਜ ਧੀ ਦੀਂਦੀ ਹੈ, ਅੱਜ ਬਾਪੂ ਦੀਂਦਾ ਹੈ, ਅੱਜ ਘਰ ਵਾਲੀ ਦੀਂਦੀ ਹੈ, ਇਹ ਅੱਜ ਮਾਇਆ ਪਈ ਹੋਈ ਹੈ। ਗੁਰਮੁਖੋ ਜਿੱਦੇ ਭਰਮ ਦੂਰ ਹੋ ਗਿਆ, ਉਦੇ ਸਾਰੇ ਹੀ ਪਰਮਾਤਮਾ ਹੀ ਨਜ਼ਰ ਆਉਣਗੇ ਵੀ ਇਹ ਸਭ ਕੁਝ ਰੱਬ ਹੀ ਰੱਬ ਹੈ, ਇਹ ਪਰਮਾਤਮਾ ਹੀ ਹੈ ਸਭ ਕੁਝ। ਜਿਹਦੇ ਭਰਮ ਨਿਕਲ ਗਿਆ, ਜਿਹਦੇ ਲੋਭ ਦਾ ਤੇ ਮੋਹ ਦਾ ਭਰਮ ਨਿਕਲ ਗਿਆ, ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕੰਕਾਰ, ਉਹ ਅਬਿਨਾਸ਼ੀ ਬਿਨਸਤ ਨਾਹੀ, ਉਹ ਪ੍ਰਮਾਤਮਾ ਨਾਸ਼ ਤੋਂ ਰਹਿਤ, ਉਹ ਖਤਮ ਨਹੀਂ ਹੁੰਦਾ, ਮਰਦਾ ਨਹੀਂ ਹੈ।
ਨਾ ਕੋ ਆਵੈ ਨਾ ਕੋ ਜਾਹੀ। ਉਹ ਨਾ ਆਉਂਦਾ ਨਾ ਜਾਂਦਾ, ਭਾਵ ਨਾ ਉਹ ਜੰਮਦਾ ਤੇ ਨਾ ਮਰਦਾ, ਉਹ ਤਾਂ ਸੰਸਾਰ ਦੇ ਵਿੱਚ ਹੀ ਰਹਿੰਦਾ, ਨਾ ਉਹ ਤਾਂ ਹੈ ਨਾ ਹਠਾਂ ਹੈ, ਉਹ ਹਰ ਥਾਂ ਤੇ ਰਹਿੰਦਾ। ਨਾ ਕੋ ਆਵੈ ਨਾ ਕੋ ਜਾਹੀ। ਮਹਾਰਾਜ ਕਹਿੰਦੇ ਗੁਰ ਪੂਰੈ ਹਉ ਮੈਂ ਮਲ ਧੋਈ। ਪਰ ਇਹ ਸਮਝ ਕਦੋਂ ਪੈਂਦੀ ਹੈ? ਜਦੋਂ ਪੂਰੇ ਗੁਰੂ ਦੀ ਸੰਗਤ ਕੀਤੀ, ਗੁਰੂ ਦੀ ਸਿੱਖਿਆ ਨਾਲ ਮਨ ਨੂੰ ਧੋ ਦਿੱਤਾ, ਮਨ ਤੋਂ ਲਹਿ ਗਈ ਵਿਕਾਰਾਂ ਦੀ ਮੈਲ, ਹਉਮੈ ਦੀ ਮੈਲ ਵੀ ਮੈਂ ਕੁਝ ਹਾਂ। ਅੱਜ ਤਾਂ ਬੰਦਾ ਕਹਿੰਦਾ ਨਾ ਮੈਂ ਆ ਕੁਝ, ਮੈਂ ਆ ਕੁਝ, ਮੈਂ ਕਰਦਾ। ਜਦੋਂ ਇਹ ਹਉਮੈ ਅੰਦਰੋਂ ਨਿਕਲ ਗਈ, ਹਉਮੈ ਦੀ ਮੈਲ ਮਨ ਤੋਂ ਲਹਿ ਗਈ ਗੁਰੂ ਦੀ ਸੰਗਤ ਕਰਕੇ, ਗੁਰ ਪੂਰਾ ਹੈ, ਪੂਰੇ ਗੁਰੂ ਨੇ ਕਿਰਪਾ ਕੀਤੀ, ਹਉਮੈ ਮਲ ਧੋਈ ਕਹੋ ਨਾਨਕ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੇਰੀ ਪਰਮਗਤ ਹੋਈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਹੁਣ ਮੇਰੀ ਉੱਚੀ ਆਤਮਿਕ ਅਵਸਥਾ ਬਣ ਗਈ ਤੇ ਮੈਨੂੰ ਇਹ ਜਗਤ ਉਸ ਪ੍ਰਮਾਤਮਾ ਦਾ ਆਪਣਾ ਹੀ ਰੂਪ ਦਿਸ ਰਿਹਾ ਹੈ, ਕਿ ਮੇਰਾ ਆਪਣਾ ਰੂਪ ਪ੍ਰਮਾਤਮਾ ਦਾ ਰੂਪ ਹੈ, ਪ੍ਰਮਾਤਮਾ ਦਾ ਰੂਪ ਮੇਰਾ ਆਪਣਾ ਰੂਪ। ਮੈਨੂੰ ਹਰ ਥਾਂ ਤੋਂ ਪ੍ਰਮਾਤਮਾ ਨਜ਼ਰ ਆਉਣ ਲੱਗ ਗਿਆ। ਇੰਨੀ ਮੇਰੀ ਹੁਣ ਉੱਚੀ ਆਤਮਿਕ ਅਵਸਥਾ ਹੋ ਗਈ ਗੁਰੂ ਦੀ ਸੰਗਤ ਕਰਕੇ। ਇਸ ਕਰਕੇ ਗੁਰਮੁਖੋ ਗੁਰੂ ਦੀ ਸੰਗਤ ਕਰੀਏ, ਬਾਣੀ ਪੜ੍ਹੀਏ, ਗੁਰਮੁਖ ਦੇ ਧਾਰਨੀ ਹੋ ਜਾਈਏ, ਸੋਹਣਾ ਜੀਵਨ ਬਣਾਈਏ। ਪ੍ਰਮਾਤਮਾ ਨੂੰ ਵੱਖਰਾ ਨਹੀਂ, ਪ੍ਰਮਾਤਮਾ ਨੂੰ ਆਪਣੇ ਅੰਦਰ ਵੇਖਣ ਦਾ ਯਤਨ ਕਰੀਏ। ਪ੍ਰਮਾਤਮਾ ਨੂੰ ਦੂਰ ਨਹੀਂ, ਪ੍ਰਮਾਤਮਾ ਨੂੰ ਆਪਣੇ ਨੇੜੇ ਵੇਖਣ ਦਾ ਯਤਨ ਕਰੀਏ। ਉਸ ਨੇੜੇ ਰਹਿੰਦੇ ਪ੍ਰਮਾਤਮਾ ਨੂੰ ਮਹਿਸੂਸ ਕਰੀਏ। ਉਹਦਾ ਭੈ, ਉਹਦਾ ਅਦਬ, ਉਹਦਾ ਡਰ ਸਾਡੇ ਅੰਦਰ ਹੋਣਾ ਚਾਹੀਦਾ ਹੈ, ਜਿਸ ਡਰ ਕਰਕੇ ਸੰਸਾਰ 'ਤੇ ਵਿਚਰਦਿਆਂ ਅਸੀਂ ਕੋਈ ਮਾੜਾ ਕੰਮ ਨਾ ਕਰੀਏ। ਉਹ ਕੰਮ ਕਰੀਏ ਜਿਹੜੇ ਅੰਦਰ ਬੈਠੇ ਪ੍ਰਮਾਤਮਾ ਨੂੰ ਭਾ ਜਾਣ, ਚੰਗੇ ਲੱਗਣ, ਪ੍ਰਮਾਤਮਾ ਨੂੰ ਅਸੀਂ ਕਬੂਲ ਹੋਈਏ, ਉਹ ਪ੍ਰਮਾਤਮਾ ਸਾਨੂੰ ਆਪਣੀ ਹਜ਼ੂਰੀ 'ਚ ਕਬੂਲ ਕਰ ਲਵੇ। ਇਹ ਚੰਗੇ ਗੁਣਾਂ ਕਰਕੇ ਹੋਣਾ, ਅਤੇ ਚੰਗੇ ਗੁਣਾਂ ਦੀ ਪ੍ਰਾਪਤੀ ਕੇਵਲ ਗੁਰੂ ਦੀ ਬਾਣੀ ਕੋਲੋਂ, ਗੁਰੂ ਦੀ ਸਿੱਖਿਆ 'ਚੋਂ ਮਿਲਦੀ ਹੈ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ। ਦਾਸ ਤੋਂ ਸੰਗਤ ਜੀ ਇੱਕ ਨਹੀਂ, ਅਨੇਕਾਂ ਹੀ ਭੁੱਲਾਂ ਹੋਈਆਂ ਹੋਣੀਆਂ। ਗੁਰੂ ਤੇ ਗੁਰੂ ਜੀ ਦੀ ਸੰਗਤ ਬਖਸ਼ਣਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।